ਜਗਬਾਣੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਕੈਲਗਰੀ ਕੈਨੇਡਾ ਤੋਂ ਦਲਵੀਰ ਜੱਲੋਵਾਲੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਸ ਸ਼ਖਸੀਅਤ ਦੇ ਨਾਲ ਜਿਹੜੇ ਪਹਿਲਾਂ ਕਲਾਕਾਰ ਤੇ ਅਦਾਕਾਰ ਵਜੋਂ ਜਾਣੇ ਜਾਂਦੇ ਸਨ। ਅੱਜ ਕੱਲ੍ਹ ਉਹ ਆਮ ਆਦਮੀ ਪਾਰਟੀ ਹਲਕਾ ਨਾਭਾ ਤੋਂ ਵਿਧਾਇਕ ਨੇ, ਜਿਹੜੇ ਸਾਈਕਲ ਨੂੰ ਲੈ ਕੇ ਬਹੁਤ ਚਰਚਾ ਵਿੱਚ ਸਨ। ਸੋ ਆਓ ਅੱਜ ਉਹਨਾਂ ਦੇ ਨਾਲ ਰਾਜਨੀਤਿਕ ਤੇ ਆਰਥਿਕ ਮੁੱਦਿਆਂ ਦੀ ਗੱਲਬਾਤ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਜਗਬਾਣੀ ਟੀਵੀ ਤੇ ਸਵਾਗਤ ਕਰ ਲੈਂਦੇ ਹਾਂ। ਗੁਰਦੇਵ ਮਾਨ ਜੀ, ਸਭ ਤੋਂ ਪਹਿਲਾਂ ਜਗਬਾਣੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਦਲਵੀਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਜਗਬਾਣੀ ਦੇਖ ਰਹੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ, ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਾਨ ਸਾਹਿਬ ਜੀ, ਤੁਸੀਂ ਕੈਨੇਡਾ ਫੇਰੀ ਤੇ ਆਏ ਹੋ, ਤੁਸੀਂ ਲੰਮਾ ਸਮਾਂ ਕੈਨੇਡਾ ਰਹੇ ਵੀ ਹੋ। ਇਸ ਵਾਰ ਤੁਸੀਂ ਇੱਕ ਵਿਧਾਇਕ ਦੇ ਤੌਰ ਤੇ ਆਏ ਹੋ। ਕਿੱਦਾਂ ਦਾ ਲੋਕਾਂ ਦਾ ਪਿਆਰ ਮਿਲ ਰਿਹਾ ਹੈ? ਕਿੱਦਾਂ ਦੇ ਲੋਕਾਂ ਦੇ ਪੰਜਾਬ ਪ੍ਰਤੀ ਚਿੰਤਾਵਾਂ ਨੇ? ਕੀ ਕਹਿਣਾ ਚਾਹੁੰਦੇ? ਇਹਦੇ 'ਚ ਕੋਈ ਦੁਰਾਵਾ ਨਹੀਂ। ਮੈਂ ਤਕਰੀਬਨ ਲੰਮਾ ਸਮਾਂ ਕੈਨੇਡਾ ਦੀ ਧਰਤੀ 'ਤੇ ਬਿਤਾਇਆ। ਅਗਰ 2000 ਸੰਨ ਤੋਂ ਲੈ ਕੇ 2016 ਤੱਕ ਦੀ ਗੱਲ ਕਰੀਏ ਤਾਂ ਤਕਰੀਬਨ 13-14 ਸਾਲ ਮੈਂ ਲਗਾਤਾਰ ਜੀ ਕੈਨੇਡਾ ਦੀ ਧਰਤੀ 'ਤੇ ਰਿਹਾ ਔਰ ਇਸ ਧਰਤੀ ਦੇ ਵਿੱਚ ਰਹਿ ਕੇ ਬਹੁਤ ਜ਼ਮੀਨੀ ਲੈਵਲ 'ਤੇ ਕੰਮ ਕੀਤੇ ਨੇ। 2-2 3-3 ਜੌਬਾਂ ਕੀਤੀਆਂ ਨੇ। ਹਰ ਬੰਦਾ ਇੱਕ ਬਿਹਤਰ ਜ਼ਿੰਦਗੀ ਲਈ ਆਉਂਦਾ ਕੈਨੇਡਾ ਦੇ ਵਿੱਚ। ਅਤੇ ਜੇ ਸਕੂਨ ਵਾਲੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਪੰਜਾਬ ਹੀ ਹੈ। ਇੱਥੇ ਤਾਂ ਸਿਰਫ ਪੈਸੇ ਦੀ ਦੌੜ ਹੀ ਹੈ ਜੀ। ਅਤੇ ਉਹਦੇ ਲਈ ਮੈਂ ਵੀ ਆਇਆ ਸੀਗਾ। ਪਰ ਕਿਤੇ ਨਾ ਕਿਤੇ ਜ਼ਿਹਨ ਦੇ ਵਿੱਚ, ਦਿਲ ਦੇ ਵਿੱਚ ਇਹ ਤਾਂਘ ਸੀਗੀ ਆਪਣੇ ਪੰਜਾਬ ਪ੍ਰਤੀ ਕਿ ਜਿਸ ਮਿੱਟੀ ਨੇ ਸਾਨੂੰ ਪੈਦਾ ਕੀਤਾ ਜੀ, ਸਾਡਾ ਉਹਦੇ ਪ੍ਰਤੀ ਫਰਜ਼ ਬਣਦਾ। ਬਹੁਤਾਤ ਲੋਕ ਆਪਾਂ ਬਹੁਤ ਜ਼ਿਆਦਾ ਗੱਲਾਂ ਕਰਦੇ ਹਾਂ, ਆਪਾਂ ਇੱਥੇ ਟੀਵੀ ਤੇ ਰੇਡੀਓ ਤੇ ਆਪਸ ਦੇ ਵਿੱਚ ਬਹਿ ਕੇ ਬੜੀਆਂ ਚਰਚਾਵਾਂ ਕਰਦੇ ਹਾਂ ਜੀ। ਤੇ ਮੇਰਾ ਇਹ ਮੰਨਣਾ ਕਿ ਚਰਚਾ ਨਾ ਕਰਕੇ ਆਪਾਂ ਨੂੰ ਉਸ ਚੀਜ਼ ਵਾਲੇ ਪਾਸੇ ਤੁਰਨਾ ਚਾਹੀਦਾ। ਆਪਾਂ ਨੂੰ ਵੀ ਪਤਾ ਕਿ ਪੰਜਾਬ ਨੂੰ ਸਾਡੀ ਲੋੜ ਆ ਔਰ ਆਪਾਂ ਨੂੰ ਵੀ ਪਤਾ ਕਿ ਪੰਜਾਬ ਜਿਹੜਾ ਉਹ ਪਿਛਲੀਆਂ ਰਵਾਇਤੀ ਪਾਰਟੀਆਂ ਨੇ ਕਿੱਥੇ ਲਿਆ ਕੇ ਖੜਾ ਕਰਤਾ ਜੀ। ਸੋ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਮੈਂ ਫੈਸਲਾ ਕੀਤਾ ਸੀਗਾ। 2011 ਦੇ ਵਿੱਚ ਮੈਂ ਪੀਪਲਸ ਪਾਰਟੀ ਆਫ ਪੰਜਾਬ ਵੱਲੋਂ ਇਲੈਕਸ਼ਨ ਲੜੀ ਸੀ ਵਿਧਾਨ ਸਭਾ ਭੋਆ ਤੋਂ। ਉਦੋਂ ਵੀ ਮੈਂ ਕੈਨੇਡਾ ਤੋਂ ਗਿਆ ਸੀਗਾ, ਫਿਰ ਮੈਂ ਵਾਪਸ ਆ ਗਿਆ। ਫਿਰ 2017 ਦੀ ਇਲੈਕਸ਼ਨ ਲੜੀ, ਉਦੋਂ ਮੈਂ ਹਾਰ ਗਿਆ। ਤੇ ਫਿਰ 2022 ਦੇ ਵਿੱਚ ਮੈਂ 17 ਤੋਂ ਲੈ ਕੇ 22 ਤੱਕ ਲਗਾਤਾਰ 5 ਸਾਲ ਨਾਭਾ ਵਿਧਾਨ ਸਭਾ ਦੀ ਜਿਹੜੀ ਮੇਰੀ ਕਰਮ ਭੂਮੀ ਆ ਉੱਥੇ ਮੈਂ ਕੰਮ ਕੀਤਾ ਔਰ 2022 ਦੇ ਵਿੱਚ ਸੰਗਤ ਦੀ ਕਿਰਪਾ ਹੋਈ ਤੇ ਮੈਨੂੰ MLA ਬਣਾਤਾ ਜੀ। ਜੀ। ਮਾਨ ਸਾਹਿਬ ਜੀ, ਤੁਸੀਂ ਕੈਨੇਡਾ ਫੇਰੀ ਤੇ ਆਏ ਹੋ, ਵੱਖ-ਵੱਖ ਰਾਜਨੀਤਿਕ ਸ਼ਖਸੀਅਤਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਹੋਈ ਹੋਵੇਗੀ, ਕੁਝ ਵਿਚਾਰ ਹੋਏ ਹੋਣਗੇ। ਉਹ ਕਿਹੜੇ ਵਿਚਾਰ ਹੋਏ ਆ? ਮੈਂ ਚਾਹੁੰਦਾ ਵੀ ਉਹ ਵਿਚਾਰ ਜੇ ਅੱਛੇ ਆ ਤਾਂ ਉਹ ਕੀ ਤੁਸੀਂ ਪੰਜਾਬ 'ਚ ਜਾ ਕੇ ਉਹ ਲਾਗੂ ਕਰੋਗੇ? ਹਾਂ ਬਿਲਕੁਲ ਜੀ। ਸਾਡੇ ਪਹਿਲੀ ਗੱਲ ਤਾਂ ਐਡਮਿੰਟਨ ਦੇ ਵਿੱਚ ਸਾਡੇ ਮੇਅਰ ਸਾਹਿਬ ਨੇ ਅਮਰਜੀਤ ਸੋਹੀ ਸਾਹਿਬ, ਉਹਨਾਂ ਦੇ ਨਾਲ ਅਸੀਂ ਲੰਚ 'ਤੇ ਇਕੱਠੇ ਹੋਏ, ਬੜੀਆਂ ਵਿਚਾਰਾਂ ਹੋਈਆਂ ਕਿਉਂਕਿ ਉਹ 3 ਵਾਰ ਕੌਂਸਲਰ ਰਹੇ ਔਰ 1 ਟਰਮ ਮੈਂਬਰ ਪਾਰਲੀਮੈਂਟ ਰਹੇ ਔਰ ਟਰੂਡੋ ਗਵਰਨਮੈਂਟ ਦੇ ਵਿੱਚ ਕੈਬਨਿਟ ਸਰਕਾਰ ਕੈਨੇਡਾ ਦੀ ਦੇ ਵਿੱਚ ਮੰਤਰੀ ਰਹੇ, ਬਤੌਰ ਮੰਤਰੀ ਉਹਨਾਂ ਨੇ ਕੰਮ ਕੀਤਾ। ਅਤੇ ਉਸ ਤੋਂ ਬਾਅਦ ਫਿਰ ਉਹ ਮੇਅਰ ਚੁਣੇ ਗਏ। ਮੇਅਰ ਪਹਿਲੇ ਪੰਜਾਬੀ ਨੇ ਜਿਹੜੇ ਮੇਅਰ ਬਣੇ ਅਤੇ ਉਹਨਾਂ ਦੇ ਨਾਲ ਬਹੁਤ ਵਿਚਾਰ ਚਰਚਾ ਹੋਈ। ਉਹਨਾਂ ਦਾ ਪਿਛੋਕੜ ਸਾਰਾ ਪੰਜਾਬ ਨਾਲ ਹੀ ਆ। ਔਰ ਉਸ ਤੋਂ ਬਾਅਦ ਸਾਡੇ ਟਿਮ ਉੱਪਲ ਸਾਹਿਬ ਨੇ ਮੈਂਬਰ ਪਾਰਲੀਮੈਂਟ ਨੇ ਜੀ, ਅਤੇ ਸਾਡੇ ਜਸਬੀਰ ਦਿਓਲ ਸਾਹਿਬ ਨੇ ਜੀ NDP ਪਾਰਟੀ ਵੱਲੋਂ MLA ਨੇ, ਉਹਨਾਂ ਨਾਲ ਮੁਲਾਕਾਤ ਹੋਈ। ਅਤੇ ਇਸੇ ਤਰੀਕੇ ਨਾਲ ਕੈਲਗਰੀ, ਅੱਜ ਆਪਾਂ ਕੈਲਗਰੀ ਦੇ ਵਿੱਚ ਬੈਠੇ ਹਾਂ। ਕੈਲਗਰੀ ਦੇ ਵਿੱਚ ਵੀ ਹਲਨ ਸਾਹਿਬ ਨੇ, ਇੱਥੋਂ ਦੇ ਚਾਹਲ ਸਾਹਿਬ ਨੇ, ਜਾਰਜ ਚਾਹਲ ਸਾਹਿਬ ਮੈਂਬਰ ਪਾਰਲੀਮੈਂਟ ਨੇ ਲਿਬਰਲ ਵੱਲੋਂ, ਅਤੇ ਹਲਨ ਸਾਹਿਬ ਕੰਜ਼ਰਵੇਟਿਵ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਨੇ। ਇੱਥੋਂ ਦੇ ਕੁਛ MC ਸਾਹਿਬਾਨ, ਉਹਨਾਂ ਨਾਲ ਵੀ ਮੁਲਾਕਾਤ ਹੋਈ। ਸੋ ਸਭ ਦਾ ਇੱਕੋ ਹੀ ਇੱਕ ਮਨੋਰਥ ਸੀਗਾ ਕਿ ਇੱਕੋ ਇੱਕ ਗੱਲ ਕਰਨ ਦਾ ਜਿਹੜਾ ਕੇਂਦਰ ਬਿੰਦੂ ਸੀਗਾ ਉਹ ਇਹ ਸੀਗਾ ਕਿ ਪੰਜਾਬ ਨੂੰ ਬਿਹਤਰ ਕਰੋ ਤੁਸੀਂ, ਤੁਹਾਡੇ ਤੋਂ ਬਹੁਤ ਵੱਡੀ ਉਮੀਦ ਹੈ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਬਿਹਤਰ ਹੋਵੇ। ਪਰ ਕਿਤੇ ਨਾ ਕਿਤੇ ਸਾਡੀ ਵੀ ਭਾਵਨਾ ਜਿਹੜੀ, ਕਿਉਂਕਿ ਅਸੀਂ ਪੰਜਾਬ ਦੀ ਮਿੱਟੀ 'ਚੋਂ ਹੀ ਆਏ ਹਾਂ ਸਾਰੇ, ਵੀ ਪੰਜਾਬ ਦਾ ਭਲਾ ਹੋਵੇ। ਔਰ ਪੰਜਾਬ ਦਾ ਭਲਾ ਸਿਰਫ ਜਿਹੜੀ ਤੁਹਾਡੀ ਪਾਰਟੀ ਆਮ ਆਦਮੀ ਪਾਰਟੀ ਦੀ ਏਡਾ ਵੱਡਾ ਮੈਂਡੇਟ ਲੈ ਕੇ ਆਈ ਹੈ, ਇਹ ਤੋਂ ਹੀ ਉਮੀਦ ਹੈ ਸਾਨੂੰ। ਇਹ ਸਭ ਦੀਆਂ ਬਹੁਤ ਵੱਡੀਆਂ ਉਮੀਦਾਂ ਨੇ ਅਤੇ ਪਰਮਾਤਮਾ ਕਿਰਪਾ ਕਰੇ ਅਸੀਂ ਸਾਰੇ ਮਿਲ ਕੇ, NRI ਭਰਾ ਸਾਰੇ ਮਿਲ ਕੇ ਪੰਜਾਬ ਦੇ ਵਿੱਚ ਅਸੀਂ, ਕਿਉਂਕਿ ਪੰਜਾਬ ਇਕੱਲਾ ਹੁਣ ਪੰਜਾਬ 'ਚ ਹੀ ਪੰਜਾਬ ਨਹੀਂ, ਪੰਜਾਬ ਕੈਨੇਡਾ 'ਚ ਵੀ ਹੈ, ਪੰਜਾਬ ਅਮਰੀਕਾ 'ਚ ਵੀ ਹੈ, ਪੰਜਾਬ ਇੰਗਲੈਂਡ 'ਚ ਵੀ ਹੈ, ਪੰਜਾਬ ਆਸਟ੍ਰੇਲੀਆ ਦੇ ਵਿੱਚ ਵੀ ਬੈਠਾ ਜੀ। ਸਾਰੇ ਦੁਨੀਆ ਦੇ ਬਹੁਤ ਕਿੰਨੇ, ਇਟਲੀ, ਫਰਾਂਸ, ਜਿੱਥੇ ਚਲੇ ਜਾਓ ਤੁਸੀਂ ਪੰਜਾਬੀ ਬੈਠੇ ਨੇ। ਉਹ ਸਭ ਦੀਆਂ ਭਾਵਨਾਵਾਂ ਪੰਜਾਬ ਨਾਲ ਜੁੜੀਆਂ ਨੇ। ਸੋ ਸਭ ਦਾ ਹੀ ਇਹ ਮੰਨਣਾ ਹੈ ਕਿ ਪੰਜਾਬ ਬਿਹਤਰ ਹੋਣਾ ਚਾਹੀਦਾ। ਔਰ ਬਿਹਤਰ ਜਿਹੜਾ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦੀ ਜਿਹੜੀ ਅੰਦਰੋਂ ਭਾਵਨਾ ਹੈ ਕਿ ਇਹਨੂੰ ਬਿਹਤਰ ਬਣਾਉਣ ਦੇ ਵਿੱਚ ਸਿਰਫ ਅਗਰ ਕੋਈ ਪਾਰਟੀ ਕੰਮ ਕਰ ਸਕਦੀ ਹੈ ਤਾਂ ਉਹ ਆਮ ਆਦਮੀ ਪਾਰਟੀ। ਸਾਡੇ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਹੋਰੀ ਕਰ ਸਕਦੇ।
ਜੀ ਮੈਂ ਸਮਝਦਾ ਕਿ ਤੁਹਾਡੀ ਸਾਈਕਲ ਦੇ ਨਾਲ ਪੁਰਾਣੀ ਸਾਂਝ ਆ। ਤੁਸੀਂ ਸਾਈਕਲ ਤੇ ਵਿਧਾਨ ਸਭਾ ਸਹੁੰ ਚੱਕ ਸਮਾਗਮ ਦੇ ਵਿੱਚ ਪਹੁੰਚਦੇ ਹੋ। ਤੁਹਾਡੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਅੱਜ ਕੱਲ੍ਹ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ, ਉਹ ਵੀ ਜਦੋਂ ਵਿਧਾਇਕ ਬਣੇ ਸੀ ਪਹਿਲੀ ਵਾਰ ਬੱਸ ਤੇ ਸਫ਼ਰ ਕਰਕੇ ਵਿਧਾਨ ਸਭਾ ਪਹੁੰਚੇ ਸਨ। ਕੀ ਇਹ ਜਿਹੜਾ ਫੈਸਲਾ ਤੁਹਾਡਾ ਲਿਆ ਗਿਆ ਕਿਤੇ ਕੱਚ ਘਰ ਤਾਂ ਨਹੀਂ? ਕਿਉਂਕਿ ਅੱਜ ਕੱਲ੍ਹ ਨਾ ਤਾਂ ਹਰਪਾਲ ਸਿੰਘ ਚੀਮਾ ਜਿਹੜੇ ਖਜ਼ਾਨਾ ਮੰਤਰੀ ਨੇ ਉਹ ਵੀ ਬੱਸ ਵਿੱਚ ਕਿਤੇ ਨਜ਼ਰ ਨਹੀਂ ਆ ਰਹੇ ਤੇ ਤੁਸੀਂ ਵੀ ਸਾਈਕਲ ਤੇ ਨਜ਼ਰ ਨਹੀਂ ਆ ਰਹੇ। ਕੀ ਕਹਿਣਾ ਚਾਹੁੰਦੇ ਹੋ? ਦਲੀਪ ਜੀ, ਗੱਲ ਤਾਂ ਮੈਂ ਤਾਂ ਸ਼ੁਰੂ ਤੋਂ ਸਾਈਕਲ ਨਾਲ ਜੁੜਾ ਹਾਂ। ਮੇਰੇ ਫਾਦਰ ਸਾਹਿਬ 45 ਸਾਲ ਸਾਈਕਲਾਂ ਦੀ ਰਿਪੇਅਰ ਸ਼ਾਪ ਦਾ ਕੰਮ ਕੀਤਾ ਤੇ ਮੈਂ ਵੀ ਸ਼ੁਰੂ ਤੋਂ ਸਾਈਕਲ ਤੇ ਰਿਹਾ। ਮੈਂ ਆਪਣੀ ਕੰਪੇਨ ਵੀ ਸਾਈਕਲ ਤੇ ਕੀਤੀ ਤੇ ਵਿਧਾਨ ਸਭਾ ਵੀ ਸਾਈਕਲ ਤੇ ਗਿਆ ਤੇ ਹੁਣ ਵੀ ਸਾਈਕਲ ਤੇ ਮੈਂ ਹੁਣ ਵੀ ਸਾਈਕਲ ਤੇ ਘੁੰਮਣਾ, ਸਾਈਕਲ ਤੇ ਆਪਣੇ ਕੰਮ ਕਰਕੇ ਹੁੰਦੇ। ਜਿੱਥੇ ਸਾਈਕਲ ਦੀ ਲੋੜ ਆ ਸਾਈਕਲ ਤੇ ਜਾਈਦਾ, ਜਿੱਥੇ ਗੱਡੀ ਦੀ ਲੋੜ ਆ ਗੱਡੀ ਤੇ ਜਾਈਦਾ। ਤੇ ਹੁਣ ਕੈਨੇਡਾ ਆਏ, ਹੁਣ ਜਹਾਜ਼ ਤੇ ਆਏ। ਇਨਸਾਨ ਜਿਵੇਂ ਜਿਵੇਂ ਰਿਕੁਆਇਰਮੈਂਟ ਹੁੰਦੀ ਹੈ ਉਵੇਂ ਬੰਦੇ ਨੂੰ ਹਰ ਚੀਜ਼ ਇਸਤੇਮਾਲ ਕਰਨੀ ਚਾਹੀਦੀ ਹੈ। ਪਰ ਸਿੰਬੋਲਿਕ ਤੌਰ ਤੇ ਮੇਰਾ ਇਹ ਮੈਸੇਜ ਹੈ ਕਿ ਦੇਮਾਨ ਪਹਿਲਾਂ ਕੁਛ ਨਹੀਂ ਸੀ। ਆਪਾਂ ਵਿਧਾਨ ਸਭਾ ਦੀ ਸੰਗਤ ਨੇ ਕਿਰਪਾ ਕੀਤੀ ਐਮਐਲਏ ਬਣਾਤਾ। ਕਿ ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਐਮਐਲਏ ਬਣਨ ਤੋਂ ਪਹਿਲਾਂ ਔਰ ਐਮਐਲਏ ਬਣਨ ਤੋਂ ਬਾਅਦ ਵੀ ਦੇਮਾਨ ਉੱਦਾਂ ਦਾ ਕੋਈ ਫਰਕ ਨਹੀਂ ਪਿਆ। ਪਹਿਲਾਂ ਵੀ ਮੈਂ ਸਾਈਕਲ ਤੇ ਸੀ, ਹੁਣ ਵੀ ਸਾਈਕਲ ਤੇ ਹਾਂ। ਇੱਕ ਸਿੰਬੋਲਿਕ ਮੈਸੇਜ ਦੇਣ ਦੀ ਮੈਂ ਕੋਸ਼ਿਸ਼ ਕੀਤੀ ਹੈ ਕਿ ਆਪਾਂ ਕਹਿੰਦੇ ਨਾ ਵੀ ਲੀਡਰ ਬਣ ਗਿਆ, ਐਮਐਲਏ ਬਣ ਗਿਆ, ਮੰਤਰੀ ਬਣ ਗਏ, ਸਰਕਾਰ ਬਣ ਗਈ, ਵੀ ਪਤਾ ਨਹੀਂ ਕਿੱਡਾ ਹੋ ਜਾਂਦਾ ਜਿਵੇਂ ਪਹਿਲਾਂ ਰਵਾਇਤੀ ਪਾਰਟੀ ਹੁੰਦਾ ਸੀ ਸੀ। ਮੇਰਾ ਮੈਸੇਜ ਇਹ ਹੈ ਕਿ ਕੋਈ ਫਰਕ ਨਹੀਂ ਪੈਂਦਾ। ਜੇ ਬੰਦਾ ਮਿੱਟੀ ਨਾਲ ਜੁੜਿਆ ਤਾਂ ਮਿੱਟੀ ਨਾਲ ਜੁੜਿਆ ਹੋਣਾ ਚਾਹੀਦਾ। ਤੇ ਜੇ ਬੰਦਾ ਪਹਿਲਾਂ ਸਾਈਕਲ ਚਲਾਉਂਦਾ ਸੀ ਜਾਂ ਪਹਿਲਾਂ ਰੋਟੀ ਖਾਂਦਾ ਸੀ, ਐਮਐਲਏ ਮਿਨਿਸਟਰ ਬਣਨ ਤੋਂ ਬਾਅਦ ਕੋਈ ਵੱਖਰਾ ਥੋੜਾ ਕਰਨ ਲੱਗ ਗਿਆ, ਉਹੀ ਸਾਰਾ ਕੁਝ ਹੁੰਦਾ। ਇਹ ਸਿੰਬੋਲਿਕ ਇੱਕ ਮੈਸੇਜ ਸੀ। ਸਾਨੂੰ ਸਭ ਨੂੰ ਸਾਈਕਲ ਨਾਲ ਜੁੜ ਕੇ ਰਹਿਣਾ ਚਾਹੀਦਾ ਤਾਂ ਕਿ ਸਾਡੀ ਸਿਹਤ ਜਿਹੜੀ ਹੈ ਤੰਦਰੁਸਤ ਰਹੇ। ਕੀ ਹੈ ਤੁਹਾਡਾ ਫੈਸਲਾ ਕਿਤੇ ਤੁਹਾਡੇ ਅਕਸ਼ ਨੂੰ ਢਾਤ ਨਹੀਂ ਲਾ ਰਿਹਾ? ਕਿਉਂਕਿ ਮਿੱਟੀ ਨਾਲ ਜੁੜ ਕੇ ਰਹਿਣਾ, ਦਲਵੀਰ ਜੀ, ਮਿੱਟੀ ਨਾਲ ਜੁੜ ਕੇ ਰਹਿਣਾ, ਮੈਨੂੰ ਦੱਸੋ ਜੀ, ਇਸ ਤੋਂ ਤਾਂ ਮੈਂ ਕਹਿੰਦਾ ਵਧੀਆ ਗੱਲ ਹੀ ਕੋਈ ਨਹੀਂ। ਜੇ ਤੁਸੀਂ ਸਾਈਕਲ ਤੇ ਤੁਰਦੇ ਹੋ, ਹਰੇਕ ਨੂੰ ਮਿਲਦੇ ਹੋ, ਹਰੇਕ ਨਾਲ ਗੱਲ ਕਰਦੇ ਹੋ, ਮੈਂ ਕਹਿੰਦਾ ਜੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਸਾਈਕਲ ਤੇ ਜਾ ਸਕਦੇ ਆ, ਸਾਨੂੰ ਕੀ ਹੋਇਆ ਜੀ? ਸਾਨੂੰ ਵੀ ਜਾਣਾ ਚਾਹੀਦਾ। ਇੱਕ ਨਾ ਸਿੰਬੋਲਿਕ ਮੈਸੇਜ ਜਿਹੜਾ ਜਾਂਦਾ ਲੋਕਾਂ ਦੇ ਵਿੱਚ ਕਿ ਸਾਨੂੰ ਸਭ ਨੂੰ ਹੀ ਸਾਈਕਲ ਨਾਲ ਜੁੜ ਕੇ ਰਹਿਣਾ ਚਾਹੀਦਾ। ਸਾਡੀ ਐਕਸਰਸਾਈਜ਼ ਹੁੰਦੀ ਹੈ, ਸਾਡੀ ਫਿਟਨੈਸ ਹੁੰਦੀ ਹੈ, ਸਾਡਾ ਸਫ਼ਰ ਜਿਹੜਾ ਵਧੀਆ ਹੁੰਦਾ, ਹਰੇਕ ਨਾਲ ਬੋਲਚਾਲ ਹੁੰਦੀ ਹੈ। ਇਹ ਕੋਈ ਗੱਲ ਜਿਹੜੀ ਹੈ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਦੋਂ ਵੀ ਸਾਈਕਲ ਤੇ ਸੀ, ਹੁਣ ਵੀ ਆ, ਅੱਗੇ ਵੀ ਜੁੜੇ ਰਹਿਣਾ ਜੀ। ਐਮਐਲਏ ਅੱਗੇ ਨੂੰ ਹੋਈਏ ਨਾ ਹੋਈਏ ਫਿਰ ਵੀ ਜੁੜੇ ਰਹਿਣਾ ਜੀ। ਇਹ ਜ਼ਿੰਦਗੀ ਦਾ ਹਿੱਸਾ ਹੈ, ਹਿੱਸਾ ਹੈ। ਕਿਉਂਕਿ ਵਿਰੋਧੀ ਧਿਰ ਦੇ ਨੇਤਾ ਰਾਜਾ ਵੜਿੰਗ ਜੀ ਤੁਹਾਡੇ ਸਾਈਕਲ ਨੂੰ ਲੈ ਕੇ ਉਹ ਵੀ ਜਵਾਬ ਦਿੱਤਾ ਸੀ ਕਿ ਮੈਂ ਸਾਈਕਲ ਤੇ ਨਹੀਂ ਆ ਸਕਦਾ। ਉਹ ਤੁਹਾਡੀ ਹਰ ਗੱਲ ਤੇ ਬਿਆਨ ਕੱਸਦੇ ਆ। ਰਾਜਾ ਵੜਿੰਗ ਜੀ ਚਲੋ ਭਰਾ ਨੇ ਸਾਡੇ। ਜਦੋਂ ਰਾਜਾ ਵੜਿੰਗ ਜੀ ਟਰਾਂਸਪੋਰਟ ਮੰਤਰੀ ਸੀਗੇ ਜੀ ਕਾਂਗਰਸ ਸਰਕਾਰ ਦੇ ਵਿੱਚ, ਉਦੋਂ ਉਹ ਵੀ ਬੱਸ ਦੇ ਵਿੱਚ ਆਏ ਸੀ, ਬਹਿ ਕੇ ਆਏ ਸੀ ਕਿ ਨਹੀਂ ਆਏ ਸੀ ਜੀ? ਹੁਣ ਕਿੱਥੇ ਗਈ ਬੱਸ? ਲੋਕਾਂ ਨੇ ਸਾਰਾ ਕੁਝ ਖੋਲਿਆ। ਠੀਕ ਹੈ ਜੀ। ਮੈਨੂੰ ਉਹਨਾਂ ਨੇ ਕਿਹਾ ਸੀ ਕਿ ਪਹਿਲੇ ਦਿਨ ਸਾਈਕਲ ਤੇ ਆਏ ਲੋਕਾਂ ਨੇ ਬੜਾ ਵਧੀਆ ਬੰਦਾ, ਅੱਜ ਤੁਸੀਂ ਗੱਡੀ ਤੇ ਆ ਗਏ। ਗੱਡੀ ਅੱਜ ਵੀ ਮੇਰੇ ਕੋਲੇ ਹੈ, ਅੱਜ ਵੀ ਤੁਸੀਂ ਆ ਕੇ ਲਾ ਲਓ, ਕਿਤੇ ਲਾ ਲਓ, ਮੇਰੇ ਕੋਲ ਹੈ ਹੀ ਨਹੀਂ ਗੱਡੀ ਜੀ। ਠੀਕ ਹੈ ਜੀ। ਅੱਜ ਵੀ ਮੈਂ ਜਿਹੜੇ ਮੇਰੇ ਕੋਈ ਦੋਸਤ ਮਿੱਤਰ ਨੇ ਜਾਂ ਮੇਰਾ ਬ੍ਰਦਰ ਹੈ, ਉਹਨਾਂ ਦੀ ਗੱਡੀ ਦਾ ਮੈਂ ਇਸਤੇਮਾਲ ਕਰਦਾ। ਪਹਿਲਾਂ ਵੀ ਮੈਂ ਉਹੀ ਗੱਡੀ ਇਸਤੇਮਾਲ ਕਰਦਾ। ਹੋਂਡਾ ਮੇਰੇ ਕੋਲ ਆ 2014 ਦੀ, 15 ਦੀ, 16 17 ਦੀ ਇਲੈਕਸ਼ਨ ਵੀ ਮੈਂ ਉੱਤੇ ਲੜੀ, 22 ਦੀ ਇਲੈਕਸ਼ਨ ਵੀ ਉੱਤੇ ਲੜੀ, ਹੁਣ ਵੀ ਉੱਤੇ ਘੁੰਮਣਾ। ਠੀਕ ਹੈ ਨਾ ਜੀ। ਰਾਜਾ ਵੜਿੰਗ ਹੋਰਾਂ ਨੂੰ ਮੈਂ ਗੱਲ ਕਹੀ ਸੀ ਕਿ ਸਾਈਕਲ ਚਲਾਉਣ ਲਈ ਪੱਟਾਂ 'ਚ ਜਾਣ ਚਾਹੀਦੀ ਹੈ, ਤੁਹਾਡੇ 'ਚ ਹੈ ਨਹੀਂ ਜੀ। ਵਿਲ ਪਾਵਰ ਚਾਹੀਦੀ ਹੈ, ਤੁਹਾਡੇ 'ਚ ਹੈ ਨਹੀਂ। ਤੁਸੀਂ ਸਿਰਫ ਗੱਲਾਂ ਕਰਦੇ ਹੋ, ਹੋਰ ਕੁਝ ਨਹੀਂ ਕਰਦੇ। ਇਸ ਕਰਕੇ ਰਾਜਾ ਵੜਿੰਗ ਥੋੜਾ ਜਿਹਾ ਜ਼ਿਆਦਾ ਮੇਰੇ ਨਾਲ ਪਿਆਰ ਕਰਦੇ। ਅੱਛਾ ਦੇਮਾਨ ਜੀ, ਆਮ ਆਦਮੀ ਦੀ ਪਰਿਭਾਸ਼ਾ ਤੁਹਾਡੇ ਲਈ ਕੀ ਹੈ? ਤੁਹਾਡੀ ਪਾਰਟੀ ਦਾ ਨਾਮ ਵੀ ਆਮ ਆਦਮੀ ਪਾਰਟੀ ਆ। ਤੁਹਾਡੇ ਅਕੋਰਡਿੰਗ ਦੇਮਾਨ ਜੀ ਜਿਹੜੇ ਕਿ ਸਾਈਕਲ ਤੇ ਵਿਧਾਨ ਸਭਾ ਪਹੁੰਚਦੇ ਆ, ਉਹ ਪਰਿਭਾਸ਼ਾ ਜਾਂ ਤੁਹਾਡੇ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਪਹਿਲੇ ਦਿਨ ਬੱਸ ਤੇ ਸਫ਼ਰ ਕਰਦੇ ਆ? ਕੀ ਸਮਝਦੇ ਹੋ? ਦੇਖੋ, ਗੱਲ ਇਹ ਹੈ ਦਲਵੀਰ ਜੀ ਕਿ ਆਮ ਆਦਮੀ ਪਾਰਟੀ, ਕਾਮਨ ਮੈਨ, ਸਾਡਾ ਦੇਸ਼ ਭਾਰਤ ਜਿਹੜਾ ਉਹ ਜ਼ਿਆਦਾਤਰ ਜਿਹੜਾ ਬਹੁਤ ਗਿਣਤੀ ਲੋਕ ਜਿਹੜੇ ਨੇ ਉਹ ਇੱਕ ਆਮ ਸਧਾਰਨ ਜ਼ਿੰਦਗੀ ਬਸਰ ਕਰਦੇ ਆ। ਔਰ ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਪੁਰਾਣੇ ਪੋਲੀਟੀਸ਼ੀਅਨਾਂ ਨੇ ਮਾਨਸਿਕ ਤੌਰ ਤੇ ਉਹਨਾਂ ਦਾ ਜਿਹੜਾ ਸਮਝ ਲਓ ਕਿ ਉਹਨਾਂ ਨਾਲ ਇੱਕ ਕਿਸਮ ਦਾ ਸ਼ੋਸ਼ਣ ਹੀ ਕੀਤਾ ਜੀ ਕਿ ਵਾਅਦੇ ਕਰਦੇ ਰਹੇ, ਅਸੀਂ ਤੁਹਾਡੇ ਲਈ ਆਹ ਕਰਾਂਗੇ। ਪੂਰੇ ਦੇਸ਼ ਦੀ ਗੱਲ ਦੱਸਦਾ। ਸੈਂਟਰ ਦੇ ਵੀ ਜਿਹੜੀਆਂ ਵੀ ਸਰਕਾਰਾਂ ਹੋਈਆਂ ਨੇ, ਚਾਹੇ ਕਾਂਗਰਸ ਰਹੀ ਹੈ, ਚਾਹੇ ਹੁਣ ਬੀਜੇਪੀ ਹੈ, ਹਰੇਕ ਨੇ ਇਹ ਗੱਲ ਕੀਤੀ ਕਿ ਅਸੀਂ ਤੁਹਾਡੇ ਲਈ ਆਹ ਕਰਾਂਗੇ, ਤੁਹਾਡੇ ਲਈ ਆਹ ਕਰਾਂਗੇ, ਤੁਹਾਡੇ ਲਈ ਆਹ ਕਰਾਂਗੇ ਜੀ, ਪਰ ਕੀਤਾ ਕੁਛ ਨਹੀਂ। ਆਮ ਆਦਮੀ ਪਾਰਟੀ ਜਿਹੜੀ ਐਸੇ ਕਰਕੇ ਇਹਦਾ ਨਾਂ ਰੱਖਿਆ ਗਿਆ 26 ਨਵੰਬਰ 2012 ਨੂੰ ਆਮ ਆਦਮੀ ਪਾਰਟੀ ਬਣੀ।
ਔਰ ਪਿਛਲੇ 9-10 ਸਾਲਾਂ ਦਾ ਸਫ਼ਰ ਦੇ ਦਰਮਿਆਨ ਇਹ ਪਾਰਟੀ ਦਾ ਇੰਨਾ ਪਾਪੂਲਰ ਹੋਣਾ, ਇੰਨਾ ਚਰਚਿਤ ਹੋਣਾ, ਉਹਦਾ ਕਾਰਨ ਇਹ ਹੈ ਕਿ ਹਰ ਬੰਦਾ ਇਹਨੂੰ ਆਪਣੀ ਪਾਰਟੀ ਸਮਝਦਾ। ਹਰ, ਚਾਹੇ ਉਹ ਲੇਬਰ ਕਰਦਾ, ਚਾਹੇ ਉਹ ਕੋਈ ਵਪਾਰ ਕਰਦਾ, ਚਾਹੇ ਉਹ ਕੋਈ ਗਵਰਨਮੈਂਟ ਜੌਬ ਕਰਦਾ, ਚਾਹੇ ਨੌਜਵਾਨ ਨੇ, ਚਾਹੇ ਸਾਡੀਆਂ ਬੱਚੀਆਂ ਨੇ, ਸਾਡੀਆਂ ਮਾਤਾਵਾਂ ਨੇ, ਸਾਡੇ ਬਜ਼ੁਰਗ ਨੇ, ਹਰ ਜਿਹੜਾ ਇਨਸਾਨ ਆ ਆਮ ਆਦਮੀ ਪਾਰਟੀ ਨੂੰ ਪਿਆਰ ਕਰਦਾ। ਉਹਨੂੰ ਇਹ ਲੱਗਦਾ ਕਿ ਮੇਰੀ ਪਾਰਟੀ ਹੈ। ਕਿਉਂ? Honesty is the best policy in the world. ਇਮਾਨਦਾਰੀ ਸਭ ਤੋਂ ਵੱਡੀ ਹੁੰਦੀ ਹੈ। ਸਾਡੇ ਆਮ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ, ਜਿਹੜੇ ਕਿ ਦਿੱਲੀ ਦੇ ਮੁੱਖ ਮੰਤਰੀ ਨੇ, ਸਾਡੇ ਪੰਜਾਬ ਦੇ ਸਤਿਕਾਰਯੋਗ ਚੀਫ ਮਿਨਿਸਟਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਸਾਡੇ ਸਾਰੀ ਕੈਬਨਿਟ, ਸਾਡੇ MLA ਸਾਹਿਬਾਨ, ਸਾਰੇ ਸਭ ਦਾ ਮਕਸਦ ਹੈ। ਮੈਂ ਕੈਨੇਡਾ ਦੀ ਇੱਕ ਬਹੁਤ ਖੂਬਸੂਰਤ ਜ਼ਿੰਦਗੀ, ਆਪਾਂ ਅੱਜ ਕੈਨੇਡਾ ਦੇ ਕੈਲਗਰੀ ਸ਼ਹਿਰ 'ਚ ਬੈਠੇ ਹਾਂ, ਸਾਰੇ ਮੈਨੂੰ ਜਾਣਦੇ ਨੇ, ਐਡਮਿੰਟਨ ਜਾਣਦੇ ਨੇ, ਟੋਰਾਂਟੋ ਜਾਣਦੇ, ਸਾਰਿਆਂ ਨੂੰ ਪਤਾ ਜੀ ਮੈਂ ਇੱਥੇ ਰਿਹਾ। ਇੱਕ ਬਹੁਤ ਖੂਬਸੂਰਤ ਜ਼ਿੰਦਗੀ ਛੱਡ ਕੇ ਮੈਂ ਪੰਜਾਬ ਦੇ ਵਿੱਚ ਜਾ ਕੇ ਆਪਣੇ ਲੋਕਾਂ ਲਈ ਲੜਾਈ ਲੜੀ, ਔਰ ਉੱਥੇ ਦਾ ਤਸ਼ੱਦਦ ਸਰਕਾਰਾਂ ਦਾ ਸਿਹਾ, ਪਰਚੇ ਵੀ ਕੀਤੇ, ਉਹਨਾਂ ਨੇ ਬੜਾ ਕੁਛ ਕੀਤਾ, ਪਰ ਐਂਡ ਆਫ ਦਾ ਡੇ ਅਸੀਂ ਜਿੱਤੇ ਔਰ ਸਰਕਾਰ ਦਾ ਹਿੱਸਾ ਬਣੇ। ਇਹ ਆਮ ਆਦਮੀ ਦੀ ਹੀ ਤਾਕਤ ਹੈ। ਮੇਰੀ ਕੋਈ ਔਕਾਤ ਨਹੀਂ ਹੈ, ਮੇਰੀ ਕੋਈ ਔਕਾਤ ਨਹੀਂ ਕਿ ਦੇਵਮਾਨ ਕੱਲਾ MLA ਬਣ ਸਕੇ। MLA ਆਮ ਆਦਮੀ ਹੀ ਬਣਾਉਂਦਾ, ਆਮ ਲੋਕ ਹੀ ਬਣਾਉਂਦੇ ਆ। ਔਰ ਇਸੇ ਕਰਕੇ ਬਹੁਤਾਤ ਲੋਕਾਂ ਨੇ ਵੋਟ ਪਾ ਕੇ ਮੈਨੂੰ 82,000 ਤੋਂ ਉੱਪਰ ਵੋਟਾਂ ਪਾਈਆਂ, 59% ਮੈਨੂੰ ਵੋਟ ਪਈ, ਔਰ ਕਾਂਗਰਸ ਅਕਾਲੀ ਦੀ ਜ਼ਮਾਨਤ ਹੋ ਗਈ। ਇਹ ਹੈ ਤਾਕਤ ਆਮ ਆਦਮੀ ਪਾਰਟੀ, ਇਹ ਹੈ ਆਮ ਆਦਮੀ ਹਿੰਦੁਸਤਾਨ ਦਾ, ਇਹ ਆਮ ਆਦਮੀ ਪੰਜਾਬ ਦਾ, ਜਿਹਨੇ ਇਹ ਉਪਰਾਲਾ ਕੀਤਾ ਔਰ ਉਸ ਉਮੀਦ ਨਾਲ ਕੀਤਾ ਕਿ ਅਸੀਂ ਕੰਮ ਕਰੀਏ, ਅਸੀਂ ਅੱਛਾ ਕੰਮ ਕਰੀਏ, ਇਮਾਨਦਾਰੀ ਨਾਲ ਕੰਮ ਕਰੀਏ, ਪੰਜਾਬ ਦੀ ਡਿਵੈਲਪਮੈਂਟ ਦਾ ਕੰਮ ਕਰੀਏ, ਪੰਜਾਬ ਦੇ ਮਸਲੇ ਹੱਲ ਕਰੀਏ, ਅਸੀਂ ਕਰਦੇ। ਜੀ ਦੇਵਮਾਨ ਜੀ, ਹਲਕਾ ਨਾਭੇ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ, ਉਹਨਾਂ ਦੀਆਂ ਕਾਫੀ ਆਸਾਂ ਤੁਹਾਡੇ ਤੱਕ ਆ। ਜੇ 3-4 ਕੰਮ ਗਣਾਉਣੇ ਹੋਣ ਤਾਂ ਤੁਸੀਂ ਉਹ ਕਿਹੜੇ ਕੰਮ ਹੈ ਜਿਹੜੇ ਹਲਕਾ ਨਾਭੇ ਦੇ ਕਰ ਚੁੱਕੇ ਹੋ ਤੇ ਆਉਣ ਵਾਲੇ ਸਮੇਂ 'ਚ ਕਰੋਗੇ? ਬਿਲਕੁਲ, ਸਭ ਤੋਂ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹੁੰਦਾ, ਕਿਉਂਕਿ ਤੁਹਾਡਾ ਚੈਨਲ ਸਾਰੀ ਦੁਨੀਆ ਦੇ ਵਿੱਚ ਦੇਖਿਆ ਜਾਂਦਾ, ਸਾਰੇ ਨਰੇ ਭਰਾ ਬੈਠੇ ਨੇ, ਰਿਆਸਤੀ ਸ਼ਹਿਰ ਨਾਭਾ ਮਹਾਰਾਜਾ ਹੀਰਾ ਸਿੰਘ, ਮਹਾਰਾਜਾ ਦਮਨ ਸਿੰਘ ਹੋਰਾਂ ਦਾ ਵਸਾਇਆ ਸ਼ਹਿਰ ਹੈ। ਔਰ ਮਹਾਰਾਜਾ ਦਮਨ ਸਿੰਘ ਉਹ ਰਾਜੇ ਨੇ ਜਿਨ੍ਹਾਂ ਨੇ ਸਿੱਖ ਮੈਰਿਜ ਐਕਟ ਜਿਹੜਾ ਸਭ ਤੋਂ ਪਹਿਲਾਂ ਲਾਗੂ ਕੀਤਾ ਸੀ। ਔਰ ਭਾਈ ਕਾਨ ਸਿੰਘ ਨਾਭਾ, ਜਿਨ੍ਹਾਂ ਦਾ ਸ਼ਬਦਕੋਸ਼ ਪੂਰੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ। ਬਿਲਕੁਲ ਠੀਕ ਹੈ ਜੀ। ਔਰ ਉੱਤੇ ਪੰਜਾਬ ਪਬਲਿਕ ਸਕੂਲ ਹੈ, ਜਿਹੜਾ ਜਿੱਥੋਂ ਬਹੁਤ ਪੰਜਾਬ ਦੇ IAS PCS ਆਫੀਸਰ, ਬੜੇ ਪੋਲੀਟੀਸ਼ੀਅਨ ਉੱਥੇ ਪੜ੍ਹੇ ਨੇ। ਇਹ ਸਾਰਾ ਉਹ ਸ਼ਹਿਰ ਆ। ਔਰ ਦਿੱਲੀ ਤੇ ਲਾਹੌਰ ਦਾ ਸੈਂਟਰ, ਯਾਨੀ ਨਾਭੀ ਸਾਡਾ ਸੈਂਟਰ ਹੁੰਦਾ, ਆਪਾਂ ਧੁਨੀ ਕਹਿ ਦਿੰਦੇ ਜੀ, ਤਾਂ ਨਾਭੀ ਤੋਂ ਬਣਿਆ ਨਾਭਾ ਹੈ। ਔਰ ਇੱਥੇ ਜਦੋਂ ਆਪਾਂ ਇਹਦੀ ਗੱਲ ਕਰੀਏ ਤਾਂ ਇੱਥੇ ਅੱਜ ਦੀ ਸਿਚੁਏਸ਼ਨ ਜਿਹੜੀ ਹੈ ਉਹ ਇਹ ਹੈ ਕਿ ਇੱਥੇ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਹੈ, ਉਹਦਾ ਨਿਕਾਸ ਹੈ ਨਹੀਂ। ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ, ਨਗਰ ਕੌਂਸਲ ਨਾਭਾ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਸੀ ਜੀ। ਜਦੋਂ ਦੇ ਅਸੀਂ ਆਏ ਅਸੀਂ ਬਹੁਤ ਕੰਟਰੋਲ ਕਰ ਰਹੇ। ਔਰ ਜਿਹੜਾ ਵਿਧਾਨ ਸਭਾ ਨਾਭਾ, ਜਿਹੜੇ ਪਿੰਡ 142 ਪਿੰਡ ਆ ਜਾਂਦੇ, ਪਿੰਡਾਂ ਦੇ ਵਿੱਚ ਲਿੰਕ ਰੋਡਾਂ ਦੀ ਬਹੁਤ ਮਾੜੀ ਹਾਲਤ, ਨਵੀਆਂ ਸੜਕਾਂ ਨਹੀਂ ਬਣੀਆਂ, ਪਿੰਡਾਂ ਦੇ ਵਿੱਚ ਖੇਡ ਗਰਾਊਂਡ ਹੈ ਨਹੀਂ, ਪਿੰਡਾਂ ਦੇ ਵਿੱਚ ਸੀਵਰੇਜ ਦਾ ਪਾਣੀ ਸੜਕਾਂ ਦੇ ਤੁਰਿਆ ਫਿਰਦਾ। ਇਹ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਬਹੁਤ ਬਰੀਕੀ ਨਾਲ ਅਸੀਂ, ਮੈਂ ਆਲਰੇਡੀ ਸਾਡੀ ਇੱਕ ਟੀਮ ਵੀ ਕੰਮ ਕਰ ਰਹੀ ਹੈ, 4 ਕੁੜੀਆਂ ਦੀ ਟੀਮ ਅਸੀਂ ਆਲਰੇਡੀ ਸਾਡੇ ਵਿਧਾਨ ਸਭਾ 'ਚ ਕੰਮ ਕਰ ਰਹੀ ਹੈ। ਉਹ ਹਰੇਕ ਦਿਨ ਇੱਕ ਪਿੰਡ ਜਾਂ ਇੱਕ ਵਾਰਡ ਕਵਰ ਕਰਦੀ ਹੈ, ਉੱਥੋਂ ਦੇ ਮਸਲੇ ਸਾਰੇ ਨੋਟ ਕਰਕੇ ਲਿਆਉਂਦੀ ਹੈ ਵੀ ਕਿਹੜੇ ਮਸਲੇ ਨੇ, ਕਿਹੜੇ ਕੰਮ ਹੋਣ ਵਾਲੇ ਨੇ, ਕਿਹੜੀ ਸੁਵਿਧਾ ਸੈਂਟਰ ਗਵਰਨਮੈਂਟ ਵੱਲੋਂ, ਕਿਹੜੀਆਂ ਸੁਵਿਧਾਵਾਂ ਸਟੇਟ ਗਵਰਨਮੈਂਟ ਵੱਲੋਂ ਨੇ, ਉਹਨਾਂ ਨੂੰ ਮਿਲ ਰਹੀਆਂ ਨੇ ਕਿ ਨਹੀਂ ਮਿਲ ਰਹੀਆਂ। ਉਹ ਸਰਵੇ ਟਾਈਪ ਇੱਕ ਹੁੰਦਾ ਪੂਰਾ, ਜਿਹਦਾ ਕੋਈ ਕੰਮ ਹੋਣ ਵਾਲਾ, ਉਹਨਾਂ ਕੋਲੇ ਲੈਪਟਾਪ ਨੇ, ਉਹਨਾਂ ਕੋਲੇ ਜਿਹੜੇ ਬਾਇਓਮੈਟ੍ਰਿਕ ਹੈ, ਉਹਨਾਂ ਦੇ ਅੰਗੂਠੇ ਦੇ ਨਿਸ਼ਾਨ ਲਏ ਜਾਂਦੇ ਆ, ਸਾਰੇ ਉਹਨਾਂ ਦੇ ਕਾਰਡ ਬਣਦੇ ਆ, ਕੋਈ ਇੰਸ਼ੋਰੈਂਸ ਸੈਂਟਰ ਗਵਰਨਮੈਂਟ ਦੀ ਪਾਲਿਸੀ ਹੈ, ਪੰਜਾਬ ਗਵਰਨਮੈਂਟ ਦੀ ਪਾਲਿਸੀ ਹੈ, ਉਸ ਤਰੀਕੇ ਨਾਲ ਬਣਾਏ ਜਾਂਦੇ ਆ। ਸੋ ਇਹ ਸਾਰੇ ਕੰਮ ਜਿਹੜੇ ਆ ਇਹ ਕਰਨ ਵਾਲੇ ਨੇ। ਔਰ ਭ੍ਰਿਸ਼ਟਾਚਾਰ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਵਿਧਾਨ ਸਭਾ ਨਾਭਾ ਦੇ ਵਿੱਚ। ਔਰ ਨਸ਼ੇ ਦੇ ਉੱਪਰ ਅਸੀਂ ਬਹੁਤ ਅੱਛੇ ਤਰੀਕੇ ਨਾਲ, ਮੈਂ ਧੰਨਵਾਦ ਕਰਨਾ ਚਾਹੁੰਦਾ SSP ਪਟਿਆਲਾ ਸਾਡੇ ਦੀਪਕ ਪਾਰਿਕ ਸਾਹਿਬ ਦਾ, ਸਾਡੇ ਮੈਡਮ SDM ਨਾਭਾ ਕੰਨੂ ਗਰਗ ਜੀ, ਸਾਡੇ DSP ਜਿਹੜੇ ਦਵਿੰਦਰ ਅਤਰੀ ਸਾਹਿਬ, ਸਾਡੀ ਸਾਰੀ ਟੀਮ ਮਿਲ ਕੇ ਬਹੁਤ ਅੱਛੇ ਤਰੀਕੇ ਨਾਲ ਕੰਮ ਕਰ ਰਹੀ ਹੈ। ਨਸ਼ੇ ਤੇ ਵੀ ਅਸੀਂ ਕੰਟਰੋਲ ਕਰ ਰਹੇ ਹਾਂ, ਲਾਅ ਐਂਡ ਆਰਡਰ ਬਿਲਕੁਲ ਕੰਟਰੋਲ 'ਚ। ਬਾਕੀ ਸੁਭਾਵਿਕ ਹੈ, ਜਿੱਥੇ ਆਪਾਂ ਕੋਈ ਆਬਾਦੀ ਰਹਿੰਦੀ ਹੈ ਉੱਥੇ ਕੋਈ ਨਾ ਕੋਈ ਐਕਸੀਡੈਂਟ, ਕੋਈ ਨਾ ਕੋਈ ਇੱਦਾਂ ਦੀ ਘਟਨਾ, ਕੋਈ ਚੋਰੀ ਦੀ ਘਟਨਾ ਤਾਂ ਵਾਪਰਦੀਆਂ ਨੇ। ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਾ ਕੁਛ ਇੱਕ ਨਾਰਮਲ ਜ਼ਿੰਦਗੀ ਦੀ ਤਰ੍ਹਾਂ ਰਹੇ ਔਰ ਸਭ ਨੂੰ ਮਹਿਸੂਸ ਹੋਵੇ, ਸਭ ਨੂੰ ਸੁੱਖ ਹੋਵੇ ਆਮ ਆਦਮੀ ਪਾਰਟੀ ਸਰਕਾਰ ਦਾ। ਇਹ ਸਾਡਾ ਮਕਸਦ ਹੈ ਜੀ। ਦੇਵਮਾਨ ਜੀ, ਤੁਸੀਂ ਰਾਜਨੀਤਿਕ ਲੀਡਰ ਵੀ ਹੋ ਤੇ ਕਲਾਕਾਰ ਵੀ ਹੋ। ਪਿੱਛੇ ਜਿਹੜਾ ਸਿੱਧੂ ਮੂਸੇਵਾਲ ਦਾ ਕਤਲ ਹੋਇਆ, ਉਸਦੇ ਪ੍ਰਸ਼ੰਸਕਾਂ ਤੇ ਪਰਿਵਾਰ ਉਹਨਾਂ ਦਾ ਇਹ ਅਫਸੋਸ ਹੈ ਕਿ ਪੂਰਨ ਤੌਰ ਤੇ ਹਜੇ ਉਹਨਾਂ ਨੂੰ ਜਿਹੜਾ ਇਨਸਾਫ ਨਹੀਂ ਮਿਲ ਸਕਿਆ।
ਇੱਕ ਕਲਾਕਾਰ ਤੇ ਰਾਜਨੀਤਿਕ ਲੀਡਰ ਹੋਣ ਦੇ ਨਾਤੇ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਇਹ ਹੈ ਜੀ ਕਿ ਬਹੁਤ ਜਲਦੀ ਸਾਰਾ ਕੁਝ ਬੜੀ ਤੇਜ਼ੀ ਨਾਲ ਹੋ ਰਿਹਾ। ਬਹੁਤ ਸਾਰੇ ਲੋਕ ਜਿਹੜੇ ਇਨਵੋਲਵ ਨੇ ਜੀ, ਅਲੱਗ-ਅਲੱਗ ਐਂਗਲ ਤੋਂ ਫੜੇ ਜਾ ਚੁੱਕੇ ਆ। ਚਾਰਜ ਸ਼ੀਟ ਆਲਮੋਸਟ ਤਿਆਰ ਹੈ। ਉਹ ਜਿਹੜੀ ਸਬਮਿਟ ਹੋ ਜਾਣੀ, ਉਸ ਤੋਂ ਬਾਅਦ ਕੋਰਟ ਦੇ ਵਿੱਚ ਹਾਇਰਿੰਗ ਸ਼ੁਰੂ ਹੋਊਗੀ ਔਰ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਇਹ ਬਹੁਤ ਫਾਸਟ ਜਿਹੜਾ ਕੀਤਾ ਜਾ ਰਿਹਾ ਜੀ, ਔਰ ਮੈਂ ਵਿਸ਼ਵਾਸ ਦਵਾਉਣਾ ਪੰਜਾਬ ਨੂੰ ਵੀ ਕਿ ਬਹੁਤ ਜਲਦੀ ਇਹਦਾ ਇਨਸਾਫ ਜਿਹੜਾ ਮਿਲੇਗਾ ਔਰ ਜਿਨ੍ਹਾਂ ਨੇ ਇਹ ਕੰਮ ਕੀਤਾ, ਜਿਹੜੇ ਇਸ ਕੰਮ 'ਚ ਇਨਵੋਲਵ ਸੀ, ਉਹਨਾਂ ਨੂੰ ਸਜ਼ਾ ਮਿਲੇਗੀ। ਜੀ, ਠੀਕ ਹੈ। ਤੇ ਬਾਕੀ ਪੰਜਾਬ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਪੰਜਾਬ ਦੇ ਕਲਾਕਾਰ ਜਿਹੜੇ ਇਸ ਵਕਤ ਕੰਮ ਕਰ ਰਹੇ ਨੇ, ਇੰਟਰਨੈਸ਼ਨਲ ਪੱਧਰ ਤੇ ਵੀ ਆਪਣੀ ਪਰਫਾਰਮੈਂਸ ਕਰ ਰਹੇ ਨੇ, ਪੰਜਾਬ 'ਚ ਵੀ ਕਰ ਰਹੇ ਨੇ, ਸਾਰੇ ਅੱਛੀ ਰੋਟੀ ਖਾ ਰਹੇ ਨੇ। ਜੀ, ਸਭ ਦੇ ਅੱਛੇ ਕਾਰੋਬਾਰ ਸਾਰੇ ਬਾਹਰਲੇ ਮੁਲਕਾਂ 'ਚ ਵੀ ਆਉਂਦੇ ਨੇ, ਪੰਜਾਬ ਦੇ ਵਿੱਚ ਪਰਫਾਰਮੈਂਸ ਕਰ ਰਹੇ ਨੇ ਔਰ ਪੰਜਾਬੀ ਸੰਗੀਤ ਦੀ ਚੜ੍ਹਤ ਹੈ ਪੂਰੀ। ਔਰ ਜਿਹੜੇ ਪੰਜਾਬੀ ਸੁਭਾਅ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਬਾਤ ਪਾਉਂਦੇ ਆ, ਉਹ ਸਿੰਗਰਾਂ ਦੀ ਚੜ੍ਹਾਈ ਹੈ ਉਹਨਾਂ ਨੂੰ ਬੱਲੇ ਬੱਲੇ। ਕਿਤੇ ਨਾ ਕਿਤੇ ਸਿਕਿਉਰਿਟੀ ਦਾ ਵੀ ਇੱਕ ਇਸ਼ੂ ਸੀਗਾ ਵੀ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਹਟਾਈ ਜਾਂਦੀ ਹੈ, ਸਰਕਾਰ ਵੱਲੋਂ ਉਸ ਦਾ ਨਸ਼ਰ ਕਰ ਦਿੱਤਾ ਜਾਂਦਾ। ਸਿਕਿਉਰਿਟੀ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਿੰਗਰ ਤਾਂ ਪੰਜਾਬ 'ਚ ਹੋਰ ਵੀ ਬਹੁਤ ਨੇ ਜੀ, ਵੱਡੇ ਨਾਮਵਰ ਸਿੰਗਰ ਨੇ ਜੀ। ਸਿਕਿਉਰਿਟੀ ਆਲਰੇਡੀ ਉਹਨਾਂ ਕੋਲ ਸੀਗੀ, ਪਰ ਉਹ ਨਹੀਂ ਲੈ ਕੇ ਗਏ। ਇਹ ਉਹਨਾਂ ਦੀ ਇੰਡੀਵਿਜੂਅਲ ਉਹਦੇ ਵਿੱਚ ਮੈਂ ਕੋਈ ਬੜਾ ਕਿੰਤੂ ਕੰਪਨੀ ਕਰਨਾ ਚਾਹੁੰਦਾ। ਤੇ ਬਾਕੀ ਜੋ ਹੋਇਆ ਬੁਰਾ ਹੋਇਆ, ਮੈਨੂੰ ਦੁੱਖ ਹੈ ਇਸ ਚੀਜ਼ ਦਾ। ਮੈਨੂੰ ਅਫਸੋਸ ਹੈ ਕਿ ਇੱਕ ਨੌਜਵਾਨ ਗਾਇਕ ਜਿਹੜਾ ਵਧੀਆ ਲਿਖਦਾ ਸੀ, ਚਲੋ ਬੇਸ਼ੱਕ ਮੈਂ ਉਹਨਾਂ ਦੇ ਗਾਣੇ ਨਾਲ ਬੜਾ ਸਹਿਮਤ ਨਹੀਂ। ਅੱਛਾ ਜੀ। ਮੈਂ ਕੋਈ ਬਾਹਲੇ ਗਾਣੇ ਸੁਣੇ ਨਹੀਂ ਉਹਨਾਂ ਦੇ, ਨਾ ਹੀ ਮੈਨੂੰ ਕਦੇ ਲੱਗਿਆ ਕਿ ਮੈਨੂੰ ਮੈਂ ਕੋਈ ਵੀ ਜਿਵੇਂ ਬੰਦਾ ਸ਼ੌਕ ਨਾਲ ਸੁਣਦਾ ਇੱਦਾਂ ਦਾ ਕਦੇ ਨਹੀਂ ਲੱਗਿਆ। ਪਰ ਇੱਕ ਐਜ਼ ਏ ਬਤੌਰ ਇਨਸਾਨ, ਇੱਕ ਬਤੌਰ ਇੱਕ ਨਵੀਂ ਕਲਮ ਜਾਂ ਜੋ ਵੀ ਜਿਸ ਤਰ੍ਹਾਂ ਦਾ ਵੀ ਰੁਝਾਨ ਸੀ, ਕਹਿੰਦੇ ਕਿਸੇ ਦਾ ਵੀ ਤੁਰ ਜਾਣਾ ਕੋਈ ਬੜਾ ਵਧੀਆ ਗੱਲ ਨਹੀਂ। ਮੈਨੂੰ ਦੁੱਖ ਇਸ ਗੱਲ ਦਾ, ਪਰ ਦੁਆ ਕਰਦੇ ਕਿ ਅੱਗੇ ਤੋਂ ਪੰਜਾਬ ਦੇ ਵਿੱਚ ਇੱਦਾਂ ਕੋਈ ਘਟਨਾ ਨਾ ਹੋਵੇ। ਜੀ, ਦੇਵਮਾਨ ਜੀ, ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਰਾਸ ਨਹੀਂ ਆ ਰਿਹਾ ਜਿਹੜਾ ਰਾਘਵ ਚੱਡੇ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਆ? ਕੀ ਕਹਿਣਾ ਚਾਹੁੰਦੇ ਹੋ? ਵੈਸੇ ਪੰਜਾਬ ਦੇ ਵਿੱਚ ਹੀ ਰਹਿਣਾ ਜੀ, ਮੈਨੂੰ ਪੰਜਾਬ 'ਚ ਕਦੇ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ। ਇੱਥੇ ਆਇਆ ਤੇ ਜ਼ਰੂਰ 5-7 ਬੰਦਿਆਂ ਨੇ ਪੁੱਛਿਆ। ਮੈਂ ਉਹ ਦੱਸ ਦੇਣਾ ਚਾਹੁੰਦਾ ਕਿ ਅਗਰ ਕੋਈ ਅੱਛੀ ਕਮੇਟੀ ਦੇ ਵਿੱਚ, ਅੱਛੀ ਰਾਏ ਦੇਣ ਵਾਲੀ ਕਮੇਟੀ ਦੇ ਵਿੱਚ ਆਪਾਂ ਕੋਈ ਚੰਗਾ ਸਲਾਹਕਾਰ ਜਾਂ ਚੰਗੇ ਸਲਾਹਕਾਰ ਅਸੀਂ ਸਾਰੇ ਮਿਲ ਕੇ ਜਿਹੜੇ ਵੀ ਕਮੇਟੀ ਦੇ ਮੈਂਬਰ ਉਹਦੇ ਵਿੱਚ ਹੈਗੇ ਨੇ, ਜੇ ਪੰਜਾਬ ਲਈ ਆਪਾਂ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਮੇਰੇ ਖਿਆਲ 'ਚ ਤਾਂ ਕੋਈ ਮਾੜੀ ਗੱਲ ਨਹੀਂ। ਔਰ ਭਗਵੰਤ ਮਾਨ ਸਾਹਿਬ ਪੁਲਿਸ ਵਾਲੀ ਬਹੁਤ ਹੀ ਵਧੀਆ ਕੰਮ ਕਰ ਰਹੇ, ਬਹੁਤ ਕਮਾਲ ਦਾ। ਹੁਣ ਤੁਸੀਂ 2 ਦਿਨ ਪਹਿਲਾਂ ਦੇਖੋ, 6600 ਤੋਂ ਉੱਪਰ ਕੱਚੇ ਅਧਿਆਪਕ ਜਿਹੜੇ ਆ ਪੱਕੇ ਕੀਤੇ ਗਏ। 36000 ਠੇਕੇ ਤੇ ਰੱਖੇ ਮੁਲਾਜ਼ਮ ਉਹ ਪੱਕੇ ਕੀਤੇ ਜਾ ਰਹੇ। ਠੀਕ ਹੈ। ਹੁਣ ਤੱਕ ਤਕਰੀਬਨ 75000 ਦੇ ਆਸ-ਪਾਸ ਦੂਜੀਆਂ ਨੌਕਰੀਆਂ ਜਿਹੜੀਆਂ ਉਹ ਖੋਲ੍ਹ ਦਿੱਤੀਆਂ ਨੇ, ਜਿਹੜੀਆਂ ਲਗਾਤਾਰ ਫਿਲ ਅਪ ਹੋਈਆਂ। ਔਰ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ 'ਚ ਵੱਡੀ ਗਿਰਾਵਟ ਆ, ਨਸ਼ੇ ਤੇ ਵੱਡਾ ਕੰਟਰੋਲ ਕੀਤਾ ਜਾ ਰਿਹਾ। ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ, ਚਾਹੇ ਉਹ ਸਾਧੂ ਧਰਮ ਸਰੋਤਾਂ ਫੜ ਕੇ ਜੇਲ੍ਹ 'ਚ ਬੰਦ ਕੀਤੇ ਨੇ, ਹੋਰ ਵੀ ਕਈ ਬੰਦ ਹੋਣਗੇ। ਜਿਨ੍ਹਾਂ ਨੇ ਪੰਜਾਬ ਦੀ ਡਿਵੈਲਪਮੈਂਟ ਦਾ ਪੈਸਾ ਖਾਧਾ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਹੱਕ ਖਾਧਾ, ਲੋਕਾਂ ਨੇ ਚਾਅ ਨਾਲ ਵੋਟ ਪਾਈ ਸੀ ਕਿ ਸਾਡਾ ਕੁਝ ਬਣੇਗਾ, ਤੇ ਉਹਨਾਂ ਨੇ ਉਹ ਚਾਵਾਂ ਦਾ ਕਤਲ ਕਰਕੇ ਆਪਣੀ ਜੇਬ ਦੇ ਵਿੱਚ ਪਾ ਲਿਆ ਸਾਰਾ ਕੁਝ। ਉਹ ਲੋਕ ਕਦੇ ਬਖਸ਼ੇ ਨਹੀਂ ਜਾਣਗੇ, ਕਿਉਂਕਿ ਸਾਡੀ ਸਰਕਾਰ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਸਾਡਾ ਬੇਸ ਹੀ ਹੈ ਇਮਾਨਦਾਰੀ, ਓਨੈਸਟੀ। ਅਸੀਂ ਉਹ ਆਪਣਾ ਜਿਹੜਾ ਬੇਸ ਆ ਹੋਰ ਮਜ਼ਬੂਤ ਕਰਨਾ। ਇਹੀ ਕਾਰਨ ਹੈ ਕਿ ਪਹਿਲਾਂ ਦਿੱਲੀ 'ਚ ਸਰਕਾਰ ਬਣਦੀ ਹੈ, ਫਿਰ ਪੰਜਾਬ ਦੇ ਵਿੱਚ ਆਪੋਜੀਸ਼ਨ 'ਚ ਆ ਕੇ ਅਗਲੀ ਇਲੈਕਸ਼ਨ ਦੇ ਵਿੱਚ 22 'ਚ ਸਾਡੀ ਸਰਕਾਰ ਬਣਦੀ ਹੈ। ਔਰ ਇਹੀ ਕਾਰਨ ਹੈ ਕਿ ਗੁਜਰਾਤ ਦੇ ਵਿੱਚ ਅੱਜ ਮੋਦੀ ਅਰਵਿੰਦ ਕੇਜਰੀਵਾਲ ਸਭ ਤੋਂ ਵੱਧ ਹੈ। ਇਹੀ ਕਾਰਨ ਹੈ ਹਿਮਾਚਲ ਦੇ ਵਿੱਚ ਆਮ ਪਾਰਟੀ ਚੜ੍ਹਤਾ। ਇਹੀ ਕਾਰਨ ਹੈ ਹਰਿਆਣਾ ਸਾਡਾ ਗੁਆਂਢੀ ਹੈ, ਹਰਿਆਣੇ ਦੇ ਵਿੱਚ ਚੜ੍ਹਤਾ। ਔਰ ਤੁਸੀਂ ਤਾਮਿਲਨਾਡੂ ਚਲੇ ਜਾਓ, ਕੇਰਲ ਚਲੇ ਜਾਓ, ਤੁਸੀਂ ਜੰਮੂ ਕਸ਼ਮੀਰ ਚਲੇ ਜਾਓ, ਹਰ ਪਾਸੇ ਮੈਂਬਰਸ਼ਿਪ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ। ਚਾਰੇ ਪਾਸੇ ਗੱਲ ਹੈ। ਔਰ ਮੈਂ ਉਮੀਦ ਕਰਦਾ ਕਿ 2024 ਦੀ ਇਲੈਕਸ਼ਨ ਜਿਹੜੀ ਲੋਕ ਸਭਾ ਦੀ ਆ ਰਹੀ ਹੈ, ਫੈਡਰਲ ਸਰਕਾਰ ਦੀ ਗਵਰਨਮੈਂਟ, ਦੇਸ਼ ਭਰ ਦੇ ਵਿੱਚ ਵੋਟਾਂ ਪੈਣੀਆਂ ਨੇ, ਉਹਦੇ ਵਿੱਚ ਅਰਵਿੰਦ ਕੇਜਰੀਵਾਲ ਇੱਕ ਬਹੁਤ ਵੱਡੇ ਲੀਡਰ ਬਣ ਕੇ ਉੱਪਰ ਕੇ ਸਾਹਮਣੇ ਆਉਣਗੇ। ਔਰ ਮੈਨੂੰ ਇਹ ਉਮੀਦ ਹੈ, ਮੈਨੂੰ ਵਿਸ਼ਵਾਸ ਵੀ ਹੈ ਕਿ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਅਰਵਿੰਦ ਕੇਜਰੀਵਾਲ ਹੋਣਗੇ। ਸੰਗਰੂਰ ਜ਼ਿਮਨੀ ਚੋਣ ਹਾਰ ਗਏ, ਹਾਰ ਦੇ ਕੀ ਮੁੱਖ ਕਾਰਨ ਮੰਨਦੇ ਹੋ? ਉਹਦੇ ਮੁੱਖ ਕਾਰਨ ਨੇ ਜੀ, ਹਾਰੀ ਹੁੰਦੀ ਹੈ ਜੀ। ਉਹਦੇ ਵਿੱਚ ਅਸੀਂ ਨਾ ਤਾਂ ਕੋਈ ਬੂਥ ਕੈਪਚਰ ਕੀਤਾ, ਨਾ ਨਸ਼ਾ ਵੰਡਿਆ, ਨਾ ਪੈਸਾ ਵੰਡਿਆ, ਤੇ ਸਹਿਜ ਸਭਾ ਦੇ ਵਿੱਚ ਇਲੈਕਸ਼ਨ ਕੀਤੀ ਹੈ। ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਸਰਕਾਰਾਂ ਕਰਾਉਂਦੀਆਂ ਸੀ ਨਾ, ਕਿ ਜਿਹਦੀ ਸਰਕਾਰ ਉਹੀ ਜਿੱਤ ਜਾਂਦੀ ਸੀ, ਅਸੀਂ ਕੁਛ ਨਹੀਂ ਕੀਤਾ। ਹਾਂ, ਜਦੋਂ ਇਨਸਾਨ ਕੰਮ ਕਰਦਾ ਤਾਂ ਉਹਦੇ 'ਚ ਕਮੀਆਂ ਵੀ ਹੁੰਦੀਆਂ। ਅਸੀਂ ਕਮੀਆਂ ਮੰਨਣ ਵਾਲੇ ਇਨਸਾਨ ਹਾਂ। ਅਸੀਂ ਜੇ ਕੋਈ ਗਲਤੀ ਹੋਵੇ ਮੰਨਣ ਵਾਲੇ ਇਨਸਾਨ ਹਾਂ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਬਿਹਤਰ ਹੋਵੇ ਹੋਰ ਸਿਸਟਮ। ਤੇ ਜੇ ਕੋਈ ਸੰਗਰੂਰ ਲੋਕ ਸਭਾ ਦੀ ਸੰਗਤ ਨੇ ਕੋਈ ਫਤਵਾ ਦਿੱਤਾ, ਮੈਂ ਤਾਂ ਥੋੜਾ ਜਿਹਾ ਮਾਰ ਦੇਣਾ, ਜਿਹਨੂੰ ਜਿਤਾਇਆ ਉਹਦਾ ਹਫ਼ਤੇ ਬਾਅਦ ਹੀ ਨਿਬੜਦਾ ਕੰਮ। ਕਿੰਨਾ ਕੁ ਪਿਆਰ ਕਰਦੇ ਲੋਕ ਤੁਹਾਡੇ ਸਾਹਮਣੇ, ਕਿਵੇਂ ਦੇ ਰੋਜ਼
ਬਿਆਨਬਾਜ਼ੀ ਆ ਰਹੀ ਉਹਨਾਂ ਦੀ। ਮੈਂ ਉਸ ਗੱਲ 'ਚ ਨਹੀਂ ਪਾਉਣਾ ਚਾਹੁੰਦਾ, ਅਸੀਂ ਆਪਣੀ ਗੱਲ ਕਰਦੇ ਹਾਂ। 2024 ਦੀ ਇਲੈਕਸ਼ਨ ਜਿਹੜੀ ਆ ਰਹੀ ਉਹਦੇ ਵਿੱਚ 13 ਲੋਕ ਸਭਾ ਸੀਟਾਂ ਨੇ ਪੰਜਾਬ 13 ਦੇ ਝਾੜੂ ਫਿਰ ਜੀ। ਦੇਵਮਾਨ ਜੀ, ਪੰਜਾਬ ਦੇ ਮੁੱਖ ਮੁੱਦੇ ਕਿਹੜੇ ਸਮਝਦੇ ਹੋ? ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜੀ ਭ੍ਰਿਸ਼ਟਾਚਾਰ ਜੀ। ਨੰਬਰ 2 ਨਸ਼ਾ, ਨੰਬਰ 3 ਬੇਰੁਜ਼ਗਾਰੀ ਜੀ। ਔਰ ਇਸ ਤੋਂ ਬਾਅਦ ਸਿਹਤ ਤੇ ਸਿੱਖਿਆ ਜਿਹੜੀ ਇਹਦੇ ਵਿੱਚ ਬਹੁਤ ਵੱਡਾ ਨਿਗਾਰ। ਇਹਦੇ ਵਿੱਚ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਚੀਜ਼ਾਂ ਦੇ ਵਿੱਚ ਭ੍ਰਿਸ਼ਟਾਚਾਰ, ਜਿਹੜਾ ਨਸ਼ਾ, ਬੇਰੁਜ਼ਗਾਰੀ ਆ, ਹੈਲਥ, ਸਿੱਖਿਆ, ਪੰਜ ਚੀਜ਼ਾਂ, ਪੰਜਾਂ ਦੇ ਵਿੱਚ ਅਸੀਂ ਕੰਮ ਸ਼ੁਰੂ ਕਰਤਾ ਜੀ। ਔਰ ਪ੍ਰਮਾਤਮਾ ਕਿਰਪਾ ਕਰੇ, ਤੁਹਾਨੂੰ ਜਦੋਂ ਹੁਣ ਤੁਸੀਂ ਪੰਜਾਬ ਜਾਓਗੇ ਕੈਨੇਡਾ ਤਾਂ ਤੁਹਾਨੂੰ ਪੰਜਾਬ ਦੇ ਵਿੱਚ ਫਰਕ ਨਜ਼ਰ ਆਵੇਗਾ ਜੀ। ਦੇਵਮਾਨ ਜੀ, ਤੁਸੀਂ ਪੰਜਾਬ ਦੇ 3.25 ਕਰੋੜ ਲੋਕਾਂ ਚੋਂ ਆਉਂਦੇ ਹੋ, ਉਹਨਾਂ ਚੋਂ 117 ਨੁਮਾਇੰਦਿਆਂ ਚੋਂ ਆਉਂਦੇ ਹੋ ਜਿਹੜੇ ਪੰਜਾਬ ਦੀ ਤਕਦੀਰ ਦਾ ਫੈਸਲਾ ਵਿਧਾਨ ਸਭਾ 'ਚ ਬੈਠ ਕੇ ਲਿਖਦੇ ਹੋ। ਤੁਸੀਂ ਮੌਜੂਦਾ ਸੱਤਾਧਾਰੀ ਪਾਰਟੀ ਦੇ ਵਿਧਾਇਕ ਵੀ ਹੋ। ਅਖੀਰ ਤੇ ਪੰਜਾਬ ਦਾ ਭਵਿੱਖ ਕਿਸ ਤਰ੍ਹਾਂ ਦਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰੀਆ ਅਦਾ ਕਰਦਾ ਪੰਜਾਬ ਦੀ ਸਮੂਹ ਸੰਗਤ ਦਾ, ਜਿਨ੍ਹਾਂ ਨੇ ਸਾਡੇ ਤੇ ਭਰੋਸਾ ਪ੍ਰਗਟਾਇਆ ਔਰ ਸਾਨੂੰ 2022 ਦੇ ਵਿੱਚ ਫੁੱਲ ਮੈਜੋਰਟੀ ਦੇ ਕੇ ਰਿਕਾਰਡ ਤੋੜ ਕੇ 117 ਵਿਧਾਨ ਸਭਾ ਦੇ ਵਿੱਚੋਂ 92 ਸੀਟਾਂ ਤੇ ਜਿਤਾ ਕੇ ਸਾਨੂੰ ਵੱਡੀ ਮੈਜੋਰਟੀ ਦਿੱਤੀ ਹੈ। ਜਿਹੜੀਆਂ ਸੀਟਾਂ ਅਸੀਂ ਹਾਰੇ ਹਾਂ, ਬਹੁਤ ਘੱਟ ਮਾਰਜਨ ਹਾਰੇ ਜੀ। ਤੇ ਹੁਣ ਉਮੀਦ ਦੀ ਤੁਸੀਂ ਗੱਲ ਕਰਦੇ ਹੋ, ਆਮ ਆਦਮੀ ਪਾਰਟੀ ਪੰਜਾਬ ਲਈ, ਪੰਜਾਬੀਅਤ ਲਈ ਔਰ ਪੰਜਾਬ ਦੇ ਸੱਭਿਆਚਾਰ ਲਈ, ਪੰਜਾਬ ਦੇ ਵਾਤਾਵਰਣ ਲਈ, ਪੰਜਾਬ ਦੇ ਕਿਸਾਨਾਂ ਲਈ, ਪੰਜਾਬ ਦੇ ਗਰੀਬਾਂ ਲਈ, ਪੰਜਾਬ ਦੇ ਵਪਾਰੀਆਂ ਲਈ, ਪੰਜਾਬ ਦੇ ਨੌਜਵਾਨਾਂ ਲਈ, ਪੰਜਾਬ ਦੀਆਂ ਮਾਤਾਵਾਂ ਭੈਣਾਂ ਲਈ, ਪੰਜਾਬ ਦੇ ਬੱਚਿਆਂ ਲਈ, ਸਭ ਲਈ ਕੰਮ ਕਰੇਗੀ। ਔਰ ਅਸੀਂ ਐਸਾ ਕੰਮ ਕਰਾਂਗੇ, ਮੈਂ ਓਵਰ ਕੌਨਫੀਡੈਂਟ ਹੋ ਕੇ ਨਹੀਂ ਕਹਿ ਰਿਹਾ ਗੱਲ, ਕਿਉਂਕਿ ਸਾਡੀ ਭਾਵਨਾ ਸ਼ੁੱਧ ਹੈ। ਅਸੀਂ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਾਂ। ਸਾਡੇ ਮੁੱਖ ਮੰਤਰੀ ਸਾਹਿਬ ਦਿਨ ਰਾਤ ਕੰਮ ਕਰ ਰਹੇ ਨੇ, ਰਾਤਾਂ ਤੱਕ ਜਾਗ ਜਾ ਕੇ ਕੰਮ ਕਰਦੇ ਨੇ, ਤੇ ਅਸੀਂ ਸਾਰੇ ਮਿਲ ਕੇ ਪੰਜਾਬ ਲਈ ਬਿਹਤਰੀ ਲਈ ਕੰਮ ਕਰਾਂਗੇ। ਸਾਨੂੰ ਸਮਾਂ ਜ਼ਰੂਰ ਥੋੜਾ ਜਿਹਾ, ਅਜੇ 4-5 ਮਹੀਨੇ ਹੋਏ ਆ, ਜਿਵੇਂ ਜਿਵੇਂ ਸਮਾਂ ਬੀਤਦਾ ਜਾਏਗਾ ਤਾਂ ਪੰਜਾਬ ਦੇ ਵਿੱਚ ਇਹਨਾਂ ਗੱਲਾਂ ਦਾ ਅਸਰ ਵੀ ਦੇਖਣ ਨੂੰ ਮਿਲੇਗਾ। ਮੈਂ ਤਾਂ ਇੱਕੋ ਗੱਲ ਬੇਨਤੀ ਕਰਦਾ ਹੱਥ ਜੋੜ ਕੇ ਸਭ ਨੂੰ, ਪੰਜਾਬ ਦੀ ਸੰਗਤ ਨੂੰ, ਕਿ ਵਿਸ਼ਵਾਸ ਰੱਖੋ ਔਰ ਤੁਹਾਨੂੰ ਪੰਜਾਬ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਔਰ ਪੰਜਾਬ ਤੁਹਾਨੂੰ ਆਪਣੇ ਪੈਰਾਂ ਤੇ ਖੜਾ ਹੁੰਦਾ ਨਜ਼ਰ ਆਏਗਾ ਔਰ ਤੁਸੀਂ ਮਹਿਸੂਸ ਵੀ ਕਰੋਗੇ ਕਿ ਉਹਦੇ ਲਈ ਮੈਂ ਤੁਸੀਂ ਇਹ ਤਾਕਤ ਦਿੱਤੀ ਹੈ, ਕਿਉਂਕਿ ਪੰਜਾਬੀਆਂ ਨੇ ਇਹ ਕੰਮ ਕੀਤਾ ਔਰ ਪੰਜਾਬੀ ਹੱਕਦਾਰ ਵੀ ਨੇ ਇਸ ਗੱਲ ਦੇ। ਔਰ ਪੰਜਾਬੀਆਂ ਦੀ ਇੱਕ ਇੱਕ ਵੋਟ ਪੰਜਾਬ ਦੇ ਵਿੱਚ ਜਿੰਨੇ ਵਿਧਾਨ ਸਭਾ ਦੇ ਵਿੱਚ, ਨਾਭਾ ਵਿਧਾਨ ਸਭਾ ਚ ਜਿੰਨੇ ਵੀ ਵਿਧਾਨ ਸਭਾ ਦੀ ਵੋਟ ਪਈ ਹੈ, ਇੱਕ ਇੱਕ ਵੋਟ ਦਾ ਮੁੱਲ ਮੋੜਨਗੇ ਸਰਦਾਰ ਭਗਵੰਤ ਸਿੰਘ ਮਾਨ ਜੀ, ਸਾਡੀ ਸਰਕਾਰ ਔਰ ਹਰ ਇੱਕ ਦਾ ਮਾਨ ਸਤਿਕਾਰ। ਮੈਂ ਇਹਨਾਂ ਦੇ ਭਰਾਵਾਂ ਨੂੰ ਬੇਨਤੀ ਕਰਦਾ, ਤੁਹਾਡੇ ਵੀ ਬਹੁਤ ਸਾਰੇ ਮਸਲੇ ਨੇ, ਮੈਂ ਵਿਧਾਨ ਸਭਾ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਤੁਸੀਂ ਵੀ ਪੰਜਾਬ ਆਓ, ਤੁਹਾਡੇ ਮਸਲਿਆਂ ਦੇ ਉੱਪਰ ਗੌਰ ਕਰਕੇ ਤੁਹਾਡੇ ਮਸਲੇ ਹੱਲ ਕੀਤੇ ਜਾਣਗੇ ਪਰ ਤੁਹਾਡਾ ਮਾਨ ਸਤਿਕਾਰ ਜਿਹੜਾ ਪ੍ਰੋਪਰ ਹੋਏਗਾ। ਤੁਹਾਨੂੰ ਕਿਸੇ ਤਰੀਕੇ ਦੀ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਪੰਜਾਬ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਹੈ, ਤੁਹਾਡੇ ਆਪਣੇ ਮੁੱਖ ਮੰਤਰੀ ਨੇ, ਅਸੀਂ ਤੁਹਾਡੇ ਆਪਣੇ ਹਾਂ। ਮੈਂ ਤਾਂ ਕੈਨੇਡਾ ਦੇ ਵਿੱਚ ਹੀ ਰਹਿ ਕੇ ਗਿਆ ਜੀ, ਸੋ ਕਿਸੇ ਕਿਸਮ ਦੀ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਨੂੰ ਹੱਕ ਮਿਲਣਗੇ, ਤੁਹਾਡਾ ਇਨਸਾਫ ਹੋਏਗਾ ਔਰ ਤੁਹਾਨੂੰ ਪੰਜਾਬ ਦੀ ਧਰਤੀ ਤੇ ਆਇਆ ਨੂੰ ਅਸੀਂ ਜੀ ਆਇਆਂ ਕਹਾਂਗੇ। ਜੀ। ਅਖੀਰ ਦੇ ਵਿੱਚ ਜਗਬਾਣੀ ਦੇ ਦਰਸ਼ਕਾਂ ਨੂੰ ਤੇ ਵਿਦੇਸ਼ਾਂ ਚ ਵਸਦੇ ਪੰਜਾਬੀਆਂ ਨੂੰ ਕੀ ਮੈਸੇਜ ਸੁਨੇਹਾ ਦੇਣਾ ਚਾਹੁੰਦੇ ਹੋ? ਬਾਹਰਲੇ ਜਿੰਨੇ ਐਨਆਰਆਈ ਭਰਾ ਨੇ, ਮੈਂ ਬੇਨਤੀ ਕਰਦਾ ਕਿ ਪੰਜਾਬ ਨਾਲ ਜੁੜ ਕੇ ਰਹੋ, ਆਪਣੇ ਬੱਚਿਆਂ ਨੂੰ ਜ਼ਰੂਰ ਵਿਜ਼ਿਟ ਕਰਾਇਆ ਕਰੋ ਪੰਜਾਬ, ਉਹਨਾਂ ਨੂੰ ਪੰਜਾਬੀ ਘਰ ਦੇ ਵਿੱਚ ਬੋਲਣੀ ਸਿਖਾਇਆ ਕਰੋ, ਕਿਉਂਕਿ 2-3 ਪੀੜ੍ਹੀਆਂ ਤੋਂ ਬਾਅਦ ਨਹੀਂ ਇਹ ਗੱਲ ਜਿਹੜੀ ਹੈ ਜਾਂਦੀ ਰੱਖਣੀ ਹੈ। ਹੁਣ ਤਾਂ ਆਪਾਂ ਜਿਹੜੇ ਆਪਣੇ ਬੱਚੇ ਨੇ ਜਾਂ ਉਹਨਾਂ ਦੇ ਅਗਲੇ ਬੱਚੇ ਹੋਣਗੇ, ਉਹ ਪੰਜਾਬੀ ਭੁੱਲੀ ਜਾਣੀ ਹੈ। ਆਪਣੇ ਪੰਜਾਬ ਦੇ ਵਿੱਚ ਆਓ, ਤੁਹਾਡਾ ਆਪਣਾ ਪੰਜਾਬ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ, ਉਹਨਾਂ ਨੂੰ ਪੰਜਾਬੀ ਨਾਲ ਜੋੜੋ, ਆਪਣੇ ਇਤਿਹਾਸ ਨਾਲ ਜੋੜੋ, ਆਪਣੇ ਗੁਰੂ ਘਰਾਂ 'ਚ ਲੈ ਕੇ ਜਾਇਆ ਕਰੋ। ਜਿਹੜੇ ਵੀ ਧਰਮ ਨੂੰ ਮੰਨਦੇ ਉਹਦੇ ਬਾਰੇ ਜਾਣਕਾਰੀ ਦਿਓ, ਉਹਨਾਂ ਨੂੰ ਆਪਣੀ ਕੌਮ ਬਾਰੇ ਜਾਣਕਾਰੀ ਦਿਓ, ਪੰਜਾਬ ਦੀ ਮਿੱਟੀ ਦੀ ਖੁਸ਼ਬੂ ਉਹਨਾਂ ਦੇ ਅੰਦਰ ਵੀ ਵਸੇ, ਇਹ ਬਹੁਤ ਜ਼ਰੂਰੀ ਹੈ। ਮੈਂ ਸਭ ਨੂੰ ਬੇਨਤੀ ਕਰਦਾ ਕਿ ਸਮਾਂ ਕੱਢਿਆ ਕਰੋ। ਸਾਰੀ ਉਮਰ ਮੈਂ ਵੀ ਇੱਥੇ ਰਿਹਾ ਜੀ ਕੈਨੇਡਾ 'ਚ, ਆਪਾਂ ਡਾਲਰਾਂ ਦੀ ਦੌੜ 'ਚ, ਪੈਸਾ ਕਮਾਉਣ ਦੀ ਦੌੜ 'ਚ ਲੱਗ ਜਾਂਦੇ, ਪਰ ਕਿਤੇ ਨਾ ਕਿਤੇ ਜਦੋਂ ਅਸੀਂ ਉਸ ਮੁਕਾਮ ਤੇ ਪਹੁੰਚ ਜਾਂਦੇ, ਹਾਂ ਵੀ ਹੁਣ ਮੇਰੇ ਕੋਲ ਇਨਾਫ ਹੋ ਗਿਆ, ਵੀ ਹੁਣ ਮੇਰਾ 4 ਪੈਸੇ ਮੇਰੇ ਕੋਲ ਆਉਣ ਲੱਗੇ, ਪਰ ਉਦੋਂ ਸਿਹਤ ਜਵਾਬ ਦੇ ਜਾਂਦੀ। ਸੋ ਜ਼ਰੂਰੀ ਹੈ ਕਿ ਜਦੋਂ ਤੁਸੀਂ ਕੰਮ ਕਰ ਰਹੇ ਹੋ ਉਸੇ ਸਮੇਂ ਦਰਮਿਆਨ ਆਪਣੇ ਬੱਚਿਆਂ ਨੂੰ, ਫਿਰ ਬੱਚੇ ਜਦੋਂ ਗਰੋ ਹੋ ਜਾਂਦੇ ਆ ਤਾਂ ਫਿਰ ਉਹਨਾਂ ਦੇ ਦਿਲ 'ਚੋਂ ਗੱਲ ਨਿਕਲ ਜਾਂਦੀ ਹੈ। ਜਦੋਂ ਬੱਚੇ ਬਚਪਨ ਦੇ ਵਿੱਚ ਨੇ ਤਾਂ ਉਹਨਾਂ ਨੂੰ ਪੰਜਾਬ ਨਾਲ ਜੋੜੋਗੇ ਤਾਂ ਉਹਨਾਂ ਨੂੰ ਪਤਾ ਲੱਗੇ ਰਿਸ਼ਤਿਆਂ ਦੀ ਖੁਸ਼ਬੂ, ਉਹਨਾਂ ਨੂੰ ਪਤਾ ਲੱਗੇ ਕਿ ਪਿੰਡ ਕਿਵੇਂ ਦੇ ਹੁੰਦੇ ਆ, ਸ਼ਹਿਰ ਕਿਵੇਂ ਦੇ ਹੁੰਦੇ ਆ, ਪੰਜਾਬ ਦਾ ਕਿਵੇਂ ਦਾ ਮਾਹੌਲ ਆ, ਤਾਂ ਕਿ ਉਹ ਪੰਜਾਬ ਦੀ ਉਸ ਫਿਜ਼ਾ ਦਾ ਵੀ ਆਨੰਦ ਲੈ ਸਕਣ। ਮੇਰੀ ਹੱਥ ਨਾਲ ਜੋੜੋ ਜੀ। ਜਗਬਾਣੀ ਨੂੰ ਟਾਈਮ ਦੇਣ ਲਈ ਦੇਵਮਾਨ ਜੀ ਬਹੁਤ ਬਹੁਤ ਧੰਨਵਾਦ ਤੇ ਕਦੀ ਕਲਾ ਚ ਰਹੋ, ਤਕੜੇ ਹੋ ਕੇ ਕੰਮ ਕਰੋ। ਅਗਲੀ ਮੁਲਾਕਾਤ ਹੋਵੇਗੀ ਕਿਸੇ ਹੋਰ ਸ਼ਖਸੀਅਤ ਦੇ ਨਾਲ, ਕੈਮਰਾਮੈਨ ਦਿਲਪ੍ਰੀਤ ਦੇ ਨਾਲ।